ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ। ਦੋਸਤੋ ਅਸੀਂ ਦੱਸਣਾ ਚਾਹਾਂਗੇ ਦੇਸ਼ ਵਿੱਚ ਪ੍ਰਸ਼ਾਸਨਿਕ ਅਤੇ ਕਾਨੂੰਨੀ ਪੱਖ ਤੋਂ ਪਿਛਲੇ ਕੁਝ ਦਿਨਾਂ ਤੋਂ ਲਈ ਜਾ ਰਹੀ ਫੈਸਲਿਆਂ ਤੋਂ ਇਹ ਸਾਬਤ ਹੁੰਦਾ ਹੈ ਵੀ ਕਿ ਕੁਰਸੀ ਚਾਹੇ ਪ੍ਰਸ਼ਾਸਨਿਕ ਹੋਵੇ ਚਾਹੇ ਰਾਜਨੀਤਿਕ, ਉਹਨਾਂ 'ਤੇ ਆਮ ਲੋਕਾਂ ਦੀ ਗਿਣਤੀ ਜਿਹੜੀ ਹੈਗੀ ਹੈ ਨਿੱਤ ਘਟਦੀ ਜਾ ਰਹੀ ਹੈ। ਅਤੇ ਪਿਛਲੇ ਕੁਝ ਦਿਨਾਂ 'ਚ ਹੀ ਅਜਿਹੀਆਂ ਕੁਝ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਹਨਾਂ ਵਿਸ਼ਿਆਂ 'ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ 'ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕਰੋਨਾ ਮਹਾਮਾਰੀ ਦੌਰਾਨ ਲੱਖਾਂ ਲੋਕਾਂ ਦੀ ਮੌਤ ਜਿਹੜੀ ਹੈ ਹੋ ਗਈ ਹੈ ਅਤੇ ਕੇਂਦਰ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਨੇ। ਅਸੀਂ ਜਾਣਨਾ ਚਾਹਾਂਗੇ ਸਰਕਾਰ ਨੇ ਕੀ ਦਲੀਲ ਦੇ ਕੇ ਜਿਹੜੇ ਹੈਗੇ ਆ ਇਹ ਹੱਥ ਖੜ੍ਹੇ ਕੀਤੇ ਨੇ। ਇੱਕ ਪਟੀਸ਼ਨ ਸੀਗੀ ਕਿ ਜਿਹੜੇ ਪਰਿਵਾਰਾਂ ਦਾ ਬਹੁਤ, ਕਿਉਂਕਿ ਕਰੋਨਾ 'ਚ ਬਹੁਤ ਲਾਸ ਹੋ ਗਿਆ। ਜੇ ਆਫੀਸ਼ੀਅਲ ਫਿਗਰ ਵੀ ਜਿਹੜੀ ਸਰਕਾਰ ਨੇ ਦਿੱਤੀ ਹੈ 3,58,000 ਤੋਂ ਵੱਧ ਮੌਤਾਂ ਜਿਹੜੀਆਂ ਇਸ ਕਰੋਨਾ ਦੇ ਦੌਰ ਦੇ ਵਿੱਚ ਹੋਈਆਂ ਨੇ। ਔਰ ਇਹੋ ਜਿਹੇ ਬਹੁਤ ਲੋਕ ਨੇ, ਕਈਆਂ ਦੇ ਤਾਂ ਬੱਚੇ ਬਿਲਕੁਲ ਯਤੀਮ ਹੋ ਗਏ, ਮਾਂ ਬਾਪ ਦੋਨਾਂ ਦੀ ਮੌਤ ਹੋ ਗਈ। ਬਹੁਤੇ ਪਰਿਵਾਰਾਂ ਦੇ ਕਮਾਊ ਚਲੇ ਗਏ ਜਿਨ੍ਹਾਂ ਦਾ ਕੋਈ ਹੋਰ ਵਸੀਲਾ ਨਹੀਂ। ਤਾਂ ਇੱਕ ਹੀਅਰਿੰਗ ਇੱਕ ਪਟੀਸ਼ਨ 'ਤੇ ਹੋ ਰਹੀ ਸੀ ਸੁਪਰੀਮ ਕੋਰਟ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਇਹ ਪੁੱਛਿਆ ਸੀ ਕਿ ਗੌਰਮੈਂਟ ਉਹਨਾਂ ਪਰਿਵਾਰਾਂ ਨੂੰ ਰਾਹਤ ਦੇਣ ਦੇ ਵਾਸਤੇ ਕੀ ਕਰ ਸਕਦੇ। 4 ਲੱਖ ਦਾ ਅਸਲ 'ਚ ਇੱਕ ਫਿਗਰ ਆਈ ਕਿ ਮੁਆਵਜ਼ਾ 4 ਲੱਖ ਦੇ ਰੂਪ 'ਚ ਦਿੱਤਾ ਜਾਣਾ ਚਾਹੀਦਾ, ਕਿਉਂਕਿ 4 ਲੱਖ ਰੁਪਈਆ ਨਾ ਬੀਮਾ ਜਿਹੜੀ ਆਯੁਸ਼ਮਾਨ ਭਾਰਤ ਹੈ ਜਾਂ ਉਹਦੇ ਤਹਿਤ ਵੀ ਇੱਕ ਕਾਮਨ ਬੀਮੇ ਦੀ ਜਿਹੜੀ ਗੱਲ ਹੈ ਉਹ ਵੀ ਮੰਨੀ ਜਾਂਦੀ ਹੈ। ਪਰ ਕੇਂਦਰ ਦੀ ਸਰਕਾਰ ਨੇ ਜਿਹੜਾ ਸੁਪਰੀਮ ਕੋਰਟ 'ਚ ਦੱਸਿਆ ਉਹ ਇਹ ਕਹਿ ਰਹੇ ਵੀ ਸਾਡੇ ਕੋਲ ਉਨੇ ਪੈਸੇ ਨਹੀਂ ਹੈ, ਰੈਵਨਿਊ ਬਹੁਤ ਘਟ ਗਿਆ, ਸਗੋਂ ਕਰੋਨਾ ਦੇ ਕਾਰਨ ਸੂਬਿਆਂ ਦੀਆਂ ਸਰਕਾਰਾਂ ਕੋਲ ਵੀ ਪੈਸੇ ਨਹੀਂ ਹੈ, ਇਸ ਲਈ ਅਸੀਂ ਦੇ ਨਹੀਂ ਸਕਦੇ ਜੀ। ਅਤੇ ਸੁਪਰੀਮ ਕੋਰਟ ਨੇ ਉਹ ਰਿਜ਼ਰਵ ਰੱਖ ਲਿਆ ਹੈ ਅਜੇ ਫੈਸਲਾ ਆਪਣਾ ਸੁਣਵਾਈ ਤੋਂ ਹੋਣ ਤੋਂ ਬਾਅਦ। ਪਰ ਸਭ ਤੋਂ ਬੜਾ ਸਵਾਲ ਇਹ ਹੈ ਕਿ ਇੱਕ ਦਲੀਲ ਦਿੱਤੀ ਹੈ ਸਰਕਾਰ ਨੇ, ਉਹ ਇਹ ਦਲੀਲ ਦਿੱਤੀ ਹੈ ਕਿ ਜਿਹੜੀ ਆਫਤ ਪ੍ਰਬੰਧਨ ਕਾਨੂੰਨ ਹੈ ਜੀ ਜਾਂ ਉਹਦੇ ਜਿਹੜੇ ਨਿਯਮ ਨੇ ਉਹਦੇ ਤਹਿਤ ਅਸੀਂ ਕੋਈ ਹੜ੍ਹ, ਭੁਚਾਲ ਜਾਂ ਬਾਕੀ ਦੀਆਂ ਜਿਹੜੀਆਂ ਕੁਦਰਤੀ ਆਫਤਾਂ ਨੇ ਉਹਦੇ ਨੁਕਸਾਨ ਦੇ ਲਈ ਤਾਂ ਅਸੀਂ ਪੈਸੇ ਦੇ ਸਕਦੇ ਹਾਂ, ਪਰ ਇਸ ਕੰਮ ਲਈ ਉਹਦੇ ਵਿੱਚੋਂ, ਉਸ ਫੰਡ ਦੇ ਵਿੱਚੋਂ ਪੈਸੇ ਨਹੀਂ ਦਿੱਤੇ ਜਾ ਸਕਦੇ ਕਿਉਂਕਿ ਨਿਯਮ ਅਲਾਓ ਨਹੀਂ ਕਰਦੇ। ਹੁਣ ਨਿਯਮ ਅਲਾਓ ਨਹੀਂ ਕਰਦੇ, ਇਹ ਤਾਂ ਕੋਈ ਦਲੀਲ ਨਹੀਂ ਬਣਦੀ। ਤੁਸੀਂ ਗੌਰਮੈਂਟ ਨੂੰ ਤੁਸੀਂ ਆਰਡੀਨੈਂਸ ਕਰ ਸਕਦੇ ਹੋ ਲਿਆ ਕੇ, ਜੇ ਬਾਕੀ ਦੇ ਕੰਮਾਂ 'ਚ ਤੁਸੀਂ ਖੇਤੀ ਦੇ ਵਿੱਚ ਆਰਡੀਨੈਂਸ ਕਰ ਸਕਦੇ ਹੋ, ਜੇ ਤੁਸੀਂ ਲੇਬਰ ਐਕਟ ਦੇ ਮਾਮਲੇ 'ਚ ਆਰਡੀਨੈਂਸ ਕਰ ਸਕਦੇ ਹੋ, ਜੇਕਰ ਹਰ ਫੀਲਡ 'ਚ ਜਦ ਵੀ ਆਉਂਦਾ ਆਰਡੀਨੈਂਸ ਕਰ ਸਕਦੇ ਹੋ, ਤਾਂ ਇਹਨਾਂ ਪਰਿਵਾਰਾਂ ਨੂੰ ਰਾਹਤ ਲਈ ਉਹਨਾਂ ਫੰਡਾਂ ਦੇ ਵਿੱਚੋਂ ਆਰਡੀਨੈਂਸ ਕਰਕੇ ਜਦੋਂ ਪਾਰਲੀਮੈਂਟ ਦੁਆਰਾ ਜੁੜੂ ਉਹ ਕਾਨੂੰਨ 'ਚ ਸੋਧ ਹੋ ਜਾਏਗੀ। ਬਸ ਬਿਲਕੁਲ, ਇਹ ਤਾਂ ਕੋਈ ਬਹਾਨਾ ਨਹੀਂ। ਹਾਂ, ਕੋਈ ਉਹ ਧਿਰ ਤਾਂ ਕਹੇ, ਆਮ ਧਿਰ ਜਿਹਦੇ ਕੋਲੋਂ ਕਾਨੂੰਨ 'ਚ ਸੋਧ ਕਰਨ ਦੀ ਤਾਕਤ ਨਾ ਹੋਵੇ ਕਿ ਮੈਂ ਕੀ ਕਰਾਂ ਕਿਉਂਕਿ ਕਾਨੂੰਨ ਇਹ ਹੈ, ਜਿਹਦੇ ਕੋਲ ਉਸ ਕਾਨੂੰਨ 'ਚ ਸੋਧ ਕਰਨ ਦੀ, ਉਹਨਾਂ ਨਿਯਮਾਂ 'ਚ ਸੋਧ ਕਰਨ ਦੀ ਤਾਕਤ ਹੈ, ਉਹਦੀ ਦਲੀਲ ਦਾ ਮਤਲਬ ਸਿੱਧਾ ਹੀ ਹੈ ਕਿ ਤੁਸੀਂ ਜਿਹੜੇ ਆਮ ਸਧਾਰਨ ਲੋਕ ਸੀ ਜਿਨ੍ਹਾਂ ਦੇ ਬੰਦੇ ਮਰ ਗਏ, ਚਲੇ ਗਏ, ਉਹਨਾਂ ਦੇ ਪਰਿਵਾਰਾਂ 'ਤੇ ਜੋ ਆਫਤ ਆ ਗਈ ਹੈ, ਇਸ ਆਫਤ ਨੂੰ ਤੁਸੀਂ ਕੀ ਮੰਨਦੇ ਹੋ? ਫਿਰ ਕੁਦਰਤੀ ਆਫਤ ਨਹੀਂ ਮੰਨਦੇ, ਬੰਦੇ ਵੱਲੋਂ ਸਿਰਜੀ ਗਈ ਆਫਤ ਮੰਨਦੇ ਹੋ। ਜੇ ਬੰਦੇ ਵੱਲੋਂ ਸਿਰਜੀ ਗਈ ਆਫਤ ਹੈ ਤਾਂ ਉਹਦੇ 'ਚ ਫਿਰ ਕੌਣ ਦੋਸ਼ੀ ਹੈ? ਜਾਂ ਫਿਰ ਦੂਜੇ ਪਾਸੇ ਤੁਰੋ ਅਤੇ ਇਹਨੂੰ ਕਿਤੇ ਤਾਂ ਲਿਆਓ ਨਾ। ਜੇਕਰ ਤੁਸੀਂ ਕਹਿੰਦੇ ਹੋ ਕੁਦਰਤੀ ਆਫਤ 'ਚੋਂ ਫੰਡ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਕੁਦਰਤੀ ਆਫਤ ਪ੍ਰਬੰਧ ਦਾ ਹਿੱਸਾ ਨਹੀਂ ਹੈ, ਤਾਂ ਫਿਰ ਕਿਹਦੀ ਨਲਾਇਕੀ ਕਰਕੇ, ਕਿਹਦੀ ਪਾਲਿਸੀ ਕਰਕੇ ਇਹ ਜ਼ਿਆਦਾ ਬੰਦੇ ਮਰ ਗਏ, ਕੀ ਹੋ ਗਿਆ, ਤਾਂ ਉਹਦੇ 'ਤੇ ਜਾਂਚ ਬਿਠਾ ਦਿਓ ਜੀ। ਦੋਨੇ ਗੱਲਾਂ 'ਚ ਤੁਸੀਂ ਸੁਰਖਰੂ ਹੋ ਕਿਉਂਕਿ ਤੁਸੀਂ ਨਾ ਜ਼ਿੰਮੇਵਾਰੀ ਤੈਅ ਕਰਦੇ ਹੋ ਉਸ ਲੈਵਲ 'ਤੇ। ਬਹੁਤ ਜ਼ਿਆਦਾ ਮੌਤਾਂ ਇਹੋ ਜਿਹੀਆਂ ਹੋਈਆਂ ਨੇ ਜਿਹੜੀਆਂ ਆਕਸੀਜਨ ਦੀ ਕਮੀ ਕਰਕੇ ਹੋਈਆਂ ਨੇ, ਜਿਹੜੇ ਸ਼ਾਇਦ ਬਚਾਏ ਜਾ ਸਕਦੇ ਸੀ ਜੇਕਰ ਆਕਸੀਜਨ ਪੂਰੀ ਹੁੰਦੀ, ਵੈਂਟੀਲੇਟਰ ਹੁੰਦੇ, ਬੈੱਡ ਦਿੱਤੇ ਜਾਂਦੇ, ਹਸਪਤਾਲਾਂ ਦੇ ਵਿੱਚ ਹੋਰ ਪ੍ਰਬੰਧ ਹੁੰਦੇ ਤਾਂ ਕਾਫੀ ਲੋਕ ਬਚ ਸਕਦੇ ਸੀ ਜੀ। ਉਹਦੀ ਜ਼ਿੰਮੇਵਾਰੀ ਤੋਂ ਵੀ ਤੁਸੀਂ ਸੁਰਖਰੂ ਹੋ ਅਤੇ ਬਾਕੀ ਤੋਂ ਵੀ। ਇਸ ਲਈ ਇਹ ਜਿਹੜਾ ਇੱਕ ਵੱਡਾ ਸਵਾਲ ਹੈ ਸਾਡੇ ਮਾਈਂਡ ਸੈੱਟ ਨੂੰ, ਸਾਡੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦਾ ਹੈ ਕਿ ਜਦ ਤਾਂ ਤੁਸੀਂ ਕਿਸੇ ਅਮੀਰ ਘਰਾਣਿਆਂ ਦੇ ਬਾਰੇ ਸੋਚਣਾ ਹੁੰਦਾ, ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ, ਤਾਂ ਤੁਸੀਂ ਲੱਖਾਂ ਕਰੋੜਾਂ ਰੁਪਈਆ, 3 ਲੱਖ ਕਰੋੜ ਤੋਂ ਵੱਧ ਦਾ ਜਿਹੜਾ ਉਹਨਾਂ ਦਾ NPA ਕਹਿ ਕੇ ਕਿ ਉਹ ਮੋੜ ਨਹੀਂ ਸਕਦੇ, ਉਹਨਾਂ ਕੋਲ ਪੈਸੇ ਨਹੀਂ ਹੈ, ਤੁਸੀਂ ਉਹਨੂੰ ਮਾਫ ਕਰ ਦਿੰਦੇ ਹੋ ਜੀ। ਜਦ ਮਾਮਲਾ ਆਮ ਲੋਕਾਂ ਦਾ ਹੁੰਦਾ, ਚਾਹੇ ਇਸ ਫੀਲਡ 'ਚ ਹੋਵੇ, ਚਾਹੇ ਖੁਦਕਸ਼ੀ ਕਰ ਗਏ ਮਜ਼ਦੂਰ ਔਰ ਕਿਸਾਨ ਪਰਿਵਾਰਾਂ ਦਾ ਮੁੱਦਾ ਹੋਵੇ, ਚਾਹੇ ਨਸ਼ੇ ਦੀ ਓਵਰਡੋਜ਼ ਨਾਲ ਕਿਤੇ ਬੰਦੇ ਮਰਨ ਦਾ ਸਵਾਲ ਹੋਵੇ, ਉਹ ਪਰਿਵਾਰਾਂ ਦੇ ਵਿੱਚ ਤੇ ਇੱਕ ਬੜੀ ਔਕੜ ਆ ਜਾਂਦੀ ਹੈ, ਬੜਾ ਸੰਕਟ ਆਉਂਦਾ। ਉਹ ਸੰਕਟ ਦੇ ਵਿੱਚ ਇੱਕ ਮੰਨਿਆ ਜਾਂਦਾ ਕਿ ਸਰਕਾਰਾਂ ਦਾ ਇਹ ਕੰਮ ਹੁੰਦਾ ਕਿ ਉਹ ਉਦੋਂ ਉਹਨਾਂ ਦੀ ਮਦਦ ਕਰਨਾ, ਅਤੇ ਉਹ ਉਦੋਂ ਮਦਦ ਕਰ ਦੇਣਗੀਆਂ ਤਾਂ ਚਲੋ ਹੌਲੀ ਹੌਲੀ ਫਿਰ ਪਰਿਵਾਰ ਕੁਦਰਤੀ ਤੌਰ 'ਤੇ ਆਪਣੇ ਪੈਰੀ ਸਰੀ ਹੋ ਜਾਂਦਾ। ਅਤੇ ਜੇ ਤੁਸੀਂ ਹੱਥ ਖੜ੍ਹੇ ਕਰਤੇ ਤਾਂ ਤੁਸੀਂ, ਲੋਕਾਂ ਨੇ ਵੋਟਾਂ ਪਾਈਆਂ ਤੁਹਾਨੂੰ, ਲੋਕਾਂ ਨੇ ਚੁਣੇ ਹੈ, ਤੁਸੀਂ ਵਾਅਦੇ ਕੀਤੇ ਨੇ ਅਸੀਂ ਤੁਹਾਡਾ ਖਿਆਲ ਰੱਖਾਂਗੇ ਜਾਨ ਅਤੇ ਮਾਲ ਦਾ, ਅਤੇ ਉਹ ਫਿਰ ਖਿਆਲ, ਇਹਦਾ ਮਤਲਬ ਸੰਵਿਧਾਨਕ ਤੌਰ 'ਤੇ ਜੋ ਤੁਸੀਂ ਸਹੁੰ ਚੁੱਕੀ ਹੈ ਅਤੇ ਉਹ ਸਹੁੰ ਤੁਸੀਂ ਪੂਰੀ ਨਹੀਂ ਕਰ ਪਾ ਰਹੇ।
ਜੇ ਉਹ ਸਹੁੰ ਪੂਰੀ ਨਹੀਂ ਕਰ ਸਕਦੇ ਤਾਂ ਤੁਸੀਂ ਲੋਕਾਂ ਦੀ ਸਰਕਾਰ ਕਿਵੇਂ ਹੋਏ, ਤੁਸੀਂ ਜਮਹੂਰੀ ਪ੍ਰਬੰਧ ਦੀ ਸਰਕਾਰ ਕਿਵੇਂ ਹੋਏ? ਇਹ ਬਹੁਤ ਬੜਾ ਸਵਾਲੀਆ ਨਿਸ਼ਾਨ ਸਾਡੇ ਇਸ ਨੀਅਤ 'ਚੋਂ, ਇਸ ਨੀਤੀ 'ਚੋਂ ਸਮਝ ਆਉਂਦਾ, ਸਾਡੇ ਸਾਹਮਣੇ ਦਿਖਾਈ ਦਿੰਦਾ। ਜਾਂ ਤੁਸੀਂ ਲੋਕਾਂ ਦੇ ਸਾਹਮਣੇ ਇੱਕ ਗੱਲ ਰੱਖਦੇ, ਮੰਨ ਲਓ ਕਿ ਇਹਨਾਂ ਸਾਰੇ ਬੰਦਿਆਂ ਨੂੰ, ਪਰਿਵਾਰਾਂ ਨੂੰ ਕਿੰਨੇ ਪੈਸੇ ਦੀ ਲੋੜ ਪਏਗੀ ਜੇ ਅਸੀਂ ਇੰਨੇ ਪੈਸੇ ਦਿੰਦੇ ਹਾਂ, ਕਿੰਨੇ ਪੈਸੇ ਤੁਸੀਂ ਪੈਟਰੋਲ ਤੇ ਡੀਜ਼ਲ ਲਗਾਤਾਰ ਰੋਜ਼ ਵਧੀ ਜਾਂਦੇ ਨੇ। ਤੁਸੀਂ ਜਿਹੜਾ ਤੁਹਾਨੂੰ ਪਹਿਲਾਂ 74,000 ਕਰੋੜ ਮਿਲਦਾ ਸੀ, ਹੁਣ 2,94,000 ਕਰੋੜ ਮਿਲ ਰਿਹਾ ਸਾਲ ਦਾ ਉਹਦੇ 'ਚੋਂ। ਅਤੇ ਫਿਰ ਉਹ ਲੋਕਾਂ ਤੋਂ ਕਿਉਂ ਵਸੂਲੇ, ਜਦੋਂ ਜਿਹੜਾ ਪੈਟਰੋਲੀਅਮ ਮੰਤਰੀ ਹੈ, ਪ੍ਰਧਾਨ, ਉਹ ਇਹ ਕਹਿ ਰਿਹਾ ਕਿ ਅਸੀਂ ਲੋਕਾਂ ਦੀ ਭਲਾਈ ਲਈ ਇਹ ਟੈਕਸ ਜਿਹੜਾ ਅਸੀਂ ਲਾਇਆ ਹੋਇਆ ਆਬਕਾਰੀ ਡਿਊਟੀ ਤੇ ਵੈਟ, ਇਹਨੂੰ ਵਾਪਸ ਨਹੀਂ ਲੈ ਸਕਦੇ, ਸਰਕਾਰ ਨੂੰ ਪੈਸੇ ਦੀ ਲੋੜ ਹੈ। ਫਿਰ ਜੇ ਉਹ ਪੈਸਾ ਲੋਕਾਂ ਲਈ ਖਰਚ ਹੀ ਨਹੀਂ ਹੋ ਰਿਹਾ ਤਾਂ ਫਿਰ ਲੋੜ ਕਾਹਦੀ ਹੈ, ਅਤੇ ਉਹ ਕਿੱਥੇ ਖਰਚ ਹੋ ਰਿਹਾ? ਲੋਕ ਇਹ ਤਾਂ ਦੇਖਣਾ ਚਾਹਣਗੇ ਕਿ ਜਿੰਨੀ ਤੁਹਾਡੇ ਕੋਲ ਟੋਟਲ ਪੈਸਾ ਆ ਰਿਹਾ ਹੈ, ਉਹ 'ਚ ਆਮ ਸਧਾਰਨ ਬੰਦੇ ਦੀ ਮਦਦ ਵਾਸਤੇ ਕਿੰਨਾ ਖਰਚ ਕਰ ਰਹੇ ਹੋ, ਅਤੇ ਕੁਝ ਖਾਸ ਲੋਕਾਂ ਦੀ ਮਦਦ ਵਾਸਤੇ ਕਿੰਨਾ ਖਰਚ ਕਰ ਰਹੇ ਹੋ, ਜਾਂ ਖਾਸ ਲੋਕਾਂ ਦੀਆਂ ਸਹੂਲਤਾਂ 'ਤੇ ਕਿੰਨਾ ਖਰਚ ਕਰ ਰਹੇ ਹੋ। ਇਹ ਗੱਲ ਪੁੱਛਣ ਦਾ ਹਰ ਨਾਗਰਿਕ ਨੂੰ ਹੱਕ ਹੈ, ਔਰ ਗੌਰਮੈਂਟਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸਾਰਾ ਕੁਝ ਟਰਾਂਸਪੇਰੈਂਸ ਤਰੀਕੇ ਨਾਲ, ਪਾਰਦਰਸ਼ੀ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਰੱਖਣ, ਤਾਂ ਕਿ ਲੋਕਾਂ ਨੂੰ ਸਹੀ ਹਾਲਾਤ ਦਾ ਪਤਾ ਲੱਗ ਸਕੇ। ਜੀ ਹਮੀਰ ਜੀ, ਇਹੀ ਹਾਲਾਤ ਜਿਹੜੇ ਹੈਗੇ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਹੇ ਨੇ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ 2 ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ, ਉਹਦਾ ਵਿਵਾਦ ਜਿਹੜਾ ਹੈਗਾ ਵੱਧਦਾ ਜਾ ਰਿਹਾ। ਕਾਂਗਰਸ ਪਾਰਟੀ ਦੇ ਬਾਹਰ ਹੀ ਨਹੀਂ ਬਲਕਿ ਅੰਦਰੂਨੀ ਜਿਹੜਾ ਹੈਗਾ ਇਸ ਫੈਸਲਿਆਂ ਦਾ ਵਿਰੋਧ ਹੋ ਰਿਹਾ। ਇੱਕ ਪਾਸੇ ਜਦੋਂ ਹਜ਼ਾਰਾਂ ਨੌਜਵਾਨ ਸੜਕਾਂ 'ਤੇ ਨੌਕਰੀਆਂ ਲੈਣ ਲਈ ਰੁਲ ਰਹੇ ਨੇ, ਜਿਹੜੇ ਕਿ ਡਿਜ਼ਰਵ ਕਰਦੇ ਨੇ, ਉਹਨਾਂ ਨੂੰ ਨੌਕਰੀਆਂ ਮਿਲ ਨਹੀਂ ਰਹੀਆਂ, ਅਤੇ ਦੂਜੇ ਪਾਸੇ ਵਿਧਾਇਕਾਂ ਦੇ ਪੁੱਤਰਾਂ ਨੂੰ ਸਿੱਧਾ ਜਿਹੜਾ ਹੈਗਾ ਅਜਿਹੀਆਂ ਪੋਸਟਾਂ 'ਤੇ ਬਿਠਾ ਦਿੱਤਾ ਜਾਂਦਾ ਜਿੱਥੇ ਉਹ ਬਿਠਾਉਣ ਯੋਗ ਵੀ ਨਹੀਂ ਹਨ, ਨਾ ਹੀ ਉੱਥੇ ਨਿਯਮ ਅਲਾਓ ਕਰਦੇ ਨੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਉਹਦੇ 'ਚ ਇਹੀ ਲੱਗਦਾ ਕਿ ਜਦੋਂ ਕਿਸੇ ਚੀਜ਼ ਦਾ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਜੇ ਤਾਂ ਮੇਰਾ ਖਿਆਲ ਹੈ ਸਰਕਾਰ ਨੂੰ ਪਹਿਲਾਂ ਹੀ ਇਹ ਫੈਸਲਾ ਰੋਕ ਲੈਣਾ ਚਾਹੀਦਾ ਸੀ, ਕਿਉਂਕਿ ਜਦੋਂ ਸਾਹਮਣੇ ਆ ਗਈ ਸੀ ਗੱਲ, ਅਖਬਾਰਾਂ 'ਚ ਛਪ ਗਈ ਸੀ ਕਿ 2 ਨੂੰ ਦਿੱਤੀ ਜਾ ਰਹੀ ਹੈ, ਜਿਹੜਾ ਪ੍ਰਤੀਕਿਰਿਆ ਉਸ ਸਮੇਂ ਵੱਖ-ਵੱਖ ਪਾਰਟੀਆਂ, ਲੋਕਾਂ, ਬੇਰੁਜ਼ਗਾਰ ਨੌਜਵਾਨਾਂ ਵੱਲੋਂ ਆ ਰਹੀ ਸੀ। ਜਦੋਂ ਇਹ ਖਬਰ ਛਪੀ ਸੀ ਉਸੇ ਦਿਨ ਪਟਿਆਲੇ 'ਚ ਬੜਾ ਭਾਰੀ ਲਾਠੀਚਾਰਜ ਹੋ ਰਿਹਾ ਸੀ ਜਿਹੜੇ ਬੇਰੁਜ਼ਗਾਰਾਂ ਦੇ ਉੱਤੇ, ਅਤੇ ਉਸੇ ਦਿਨ ਇੱਥੇ ਜਿਹੜੀ ਸਕੂਲ ਬੋਰਡ ਦੀ ਬਿਲਡਿੰਗ ਹੈ ਇਹਦੇ ਉੱਤੇ ਚੜ੍ਹੇ ਹੋਏ ਸੀ ਬੇਰੁਜ਼ਗਾਰ। ਉਸ ਖੁਦਕੁਸ਼ੀ ਕਰਦੇ ਕਰਦੇ ਕਿਸੇ ਨੇ ਸਲਫਾਸ ਨਿਗਲ ਲਈ, ਕੋਈ ਛਾਲ ਮਾਰ ਰਿਹਾ ਸੀ, ਸਾਰਾ ਕੁਝ ਸਾਡੇ ਸਾਹਮਣੇ ਸੀ। ਅਤੇ ਤੁਸੀਂ ਘਰ ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਘਰ ਘਰ ਰੁਜ਼ਗਾਰ ਲੋਕਾਂ ਨੂੰ ਨਜ਼ਰ ਕਹਿਣ ਨੂੰ ਤਾਂ ਇਹ ਲੱਗ ਗਏ, ਕਹਿੰਦੇ ਅਸੀਂ 17 ਲੱਖ ਬੰਦਿਆਂ ਨੂੰ ਜੋਬ ਦਿੱਤੀ ਹੈ, ਪਰ ਉਹ ਪੰਜਾਬ ਦੇ ਨੌਜਵਾਨ ਜਿਹੜੇ ਤੁਰੇ ਫਿਰਦੇ ਨੇ ਉਹਨਾਂ ਨੂੰ ਤਾਂ ਦਿਖ ਨਹੀਂ ਰਿਹਾ 17 ਲੱਖ ਉਹ ਕਿੱਥੇ ਲਾਏ ਨੇ, ਕਿਹਨੂੰ ਨੌਕਰੀ ਕਿੱਥੇ ਮਿਲੀ ਹੈ। ਜਾਂ ਤਾਂ ਤੁਸੀਂ ਕੋਈ ਫਿਗਰ ਜਾਰੀ ਕਰ ਦਿਓ, ਸਾਰਾ ਕੁਝ ਦੇ ਦਿਓ। ਜਦੋਂ ਆਉਂਦੇ ਹੀ ਪਹਿਲਾਂ ਬੇਅੰਤ ਸਿੰਘ ਦੇ ਪੋਤੇ ਨੂੰ ਦਿੱਤੀ ਸੀ ਨੌਕਰੀ, ਅਤੇ ਉਹ ਨੌਕਰੀ ਦਾ ਵੀ ਵਿਰੋਧ ਹੋਇਆ ਸੀ ਜਦੋਂ ਤੁਸੀਂ ਆਉਣ ਸਾਰ DSP ਬਣਾਤਾ ਸੀ। ਇੱਕ ਸਭ ਤੋਂ ਬੜੀ ਗੱਲ ਇਹ ਹੈ ਕਿ ਇਹਨਾਂ ਨੂੰ ਨੌਕਰੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਇਹ ਕਹਿੰਦੇ ਨੇ ਪਾਲਿਸੀ ਮੁਤਾਬਕ ਦਿੱਤਾ ਹੈ, ਇਹ ਸਾਰੀਆਂ ਪਾਲਿਸੀਆਂ ਤਬਦੀਲ ਕਰਕੇ, ਬਾਵਜੂਦ ਇਹਦੇ ਕਿ ਹੇਠੋਂ ਅਧਿਕਾਰੀਆਂ ਨੇ ਉਹਨਾਂ 'ਤੇ ਓਬਜੈਕਸ਼ਨ ਲਾਏ ਨੇ, ਉਹਨਾਂ ਓਬਜੈਕਸ਼ਨਾਂ ਨੂੰ ਰੱਦ ਕਰਕੇ ਫਿਰ ਤੁਸੀਂ ਲਾਉਂਦੇ ਹੋ। ਮੰਨ ਲਓ ਜਿਹੜੀ ਤਰਸ ਦੇ ਆਧਾਰ 'ਤੇ ਨੌਕਰੀ ਮਿਲਦੀ ਹੈ, ਜਿਹੜੇ ਇਸ ਖੜਕੂਬਾਦ ਦੇ ਦੌਰਾਨ ਵੀ ਮਾਰੇ ਗਏ ਜਾਂ ਬਾਕੀ ਮਿਲਦੀ ਹੈ, ਉਹਦੇ 'ਚ 2 ਗੱਲਾਂ ਬੜੀਆਂ ਕਲੀਅਰ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕੀ ਉਸ ਪਰਿਵਾਰ ਦੀ ਰੋਜੀ ਰੋਟੀ ਪ੍ਰਭਾਵਿਤ ਹੋਈ ਹੈ, ਉਹਨਾਂ ਦੀ ਰੋਜੀ ਰੋਟੀ ਚੱਲਣ ਜੋਗਾ ਉਹਨਾਂ ਦੇ ਕੋਲ ਅਰਥ ਵਿਵਸਥਾ ਨਹੀਂ ਹੈ, ਉਹਨਾਂ ਦਾ ਢਾਂਚਾ ਨਹੀਂ ਚੱਲ ਰਿਹਾ। ਆਸਰਤ ਦਾ ਮਤਲਬ ਇਹ ਹੈ ਨਾ, ਤੁਸੀਂ ਤਾਂ ਉਹਨੂੰ ਉਸ ਪੱਧਰ ਦੇ ਉੱਤੇ ਨੌਕਰੀ ਦੇਣੀ ਹੈ। ਦੂਜੀ, ਇਹ ਕਿਤੇ ਨਹੀਂ ਹੈ ਕਿ ਉਹਦੀ ਤੀਜੀ ਪੀੜ੍ਹੀ ਨੂੰ ਵੀ ਜਾ ਕੇ ਨੌਕਰੀ ਦੇਣੀ ਹੈ। ਮੰਨ ਲਓ ਜੇਕਰ ਉਦੋਂ ਦੇਣਾ ਚਾਹੁੰਦੀ ਸੀ ਗੌਰਮੈਂਟ, ਜੇਕਰ ਇੱਕ ਵਿਧਾਇਕ ਦੇ ਫਾਦਰ ਦੀ ਡੈਥ ਹੋਈ ਤਾਂ ਉਦੋਂ ਬਾਅਦ ਉਹ ਬੰਦਾ 3 ਵਾਰ MLA ਬਣਾਤਾ ਲੋਕਾਂ ਨੇ ਮੁੜ ਕੇ, ਅਤੇ 3 ਵਾਰ ਤੁਸੀਂ ਜਾਂ 4 ਵਾਰ ਬਣ ਗਿਆ ਬਲਕਿ ਇੱਕ ਤਾਂ, ਅਤੇ ਦੂਜੇ ਦਾ ਸਾਰਾ ਪਰਿਵਾਰ ਦੇ ਵਿੱਚੋਂ ਕੋਈ MP ਬਣਿਆ ਹੋਇਆ, ਕੋਈ ਮੰਤਰੀ ਹੈ, ਉਹਦੀ ਭਰਜਾਈ ਵੀ MLA ਹੈ, ਉਹ ਆਪ ਵੀ MLA ਹੈ, ਸਾਰੇ MLA ਬਣ ਗਏ ਨੇ ਇਸ ਲੈਵਲ 'ਤੇ। ਤਾਂ ਹੋਰ ਨੌਕਰੀ ਕੀ ਹੁੰਦੀ ਹੈ? ਤਾਂ ਮਤਲਬ MLA ਨੌਕਰੀ ਨਹੀਂ ਹੈ। MLA ਨੂੰ ਜਿਹਨੇ ਕੇਵਲ 4 ਸਾਲ 2 ਸਾਲ ਲਾ ਕੇ ਪੱਕੀ ਪੈਨਸ਼ਨ ਹੈ, ਜਿਹਨੇ 3 ਵਾਰ ਲੈ ਲਿਆ 3 ਵਾਰ ਪੈਨਸ਼ਨ, 4 ਵਾਰ ਬਣ ਗਿਆ 4 ਵਾਰ ਪੈਨਸ਼ਨ, 5 ਵਾਰ ਬਣ ਗਿਆ 5 ਵਾਰ ਪੈਨਸ਼ਨ, ਅਤੇ ਅਜੇ ਵੀ ਤੁਹਾਨੂੰ ਲੋੜ ਹੈ। ਮੈਨੂੰ ਲੱਗਦਾ ਕਿ ਬੇਸ਼ਰਮੀ ਦੀ ਕਈ ਵਾਰ ਹੱਦ ਹੁੰਦੀ ਹੈ, ਤੁਸੀਂ ਉੱਥੇ ਤੱਕ ਨਹੀਂ ਜਾਣਾ ਹੁੰਦਾ, ਅਤੇ ਲੋਕਾਂ ਨੂੰ ਬਿਲਕੁਲ ਹੀ ਐਂ ਨਜ਼ਰ ਆਉਣ ਲੱਗ ਜੇ ਕਰੂੜ ਤਰੀਕਾ ਕਿ ਇਹਨਾਂ ਨੂੰ ਤਾਂ ਸਾਡਾ ਕੋਈ ਸੋਚਣਾ ਹੀ ਨਹੀਂ ਹੈ। ਹੁਣ ਤੀਜੀ, ਇੱਥੇ ਤੱਕ ਆ ਕੇ ਪਹਿਲਾਂ ਬੇਅੰਤ ਸਿੰਘ ਦਾ ਪੋਤਾ ਓਵਰੇਜ ਹੋ ਗਿਆ ਸੀ, ਅਤੇ ਓਵਰੇਜ ਦੇ ਉਹਨੂੰ ਕੰਸੈਸ਼ਨ ਦਿੱਤਾ ਸਪੈਸ਼ਲ ਉਸ ਲੈਵਲ। ਚੀਫ ਮਿਨਿਸਟਰ ਰਿਹਾ ਇੱਕ ਬੰਦਾ, ਚੀਫ ਮਿਨਿਸਟਰ ਤੋਂ ਬਾਅਦ ਉਹਦਾ ਮੁੰਡਾ ਮੰਤਰੀ ਰਿਹਾ, ਉਹਦਾ ਇੱਕ ਪੋਤਾ MP ਬਣ ਰਿਹਾ ਲਗਾਤਾਰ, ਅਤੇ ਉਹਦਾ ਦੂਜਾ ਪੋਤਾ MLA ਲਗਾਤਾਰ ਹੈ। ਤੁਹਾਨੂੰ ਕੀ ਚਾਹੀਦਾ ਹੋਰ? ਮਤਲਬ ਸਾਰੇ ਕਿਸੇ ਮਾਮਲੇ ਦੇ ਵਿੱਚੋਂ ਇਹ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ ਕਿ ਇਹ ਵਾਕਈ ਲੋਕਾਂ ਦੇ ਲੀਡਰ ਨੇ,
ਕਿ ਵਾਕਈ ਤੁਹਾਨੂੰ ਲੋਕਾਂ ਦੀ ਚਿੰਤਾ ਹੈ। ਤੇ ਲੋਕਾਂ ਦੀ ਚਿੰਤਾ ਉਹ ਕੁੜੀ ਨੂੰ ਕੰਟਰੈਕਟ ਦੇ ਦਿੱਤਾ ਜਿਹੜੀ ਝੋਨਾ ਲਾਉਂਦੀ ਸੀ, ਮਤਲਬ ਸਪੋਰਟਸ ਦੀ ਐਡੀ ਵੱਡੀ ਪਲੇਅਰ ਹੈ, ਉਹਨੂੰ ਕਹਿੰਦੇ ਜਦ ਕਦੇ ਨੌਕਰੀ ਨਿਕਲੂ ਉਦੋਂ ਦੇਖਾਂਗੇ। ਹੁਣ ਇਹਨਾਂ ਲਈ ਨੌਕਰੀਆਂ ਨਿਕਲੀਆਂ ਹੋਈਆਂ ਸੀ ਤੇ ਉਹਦੇ ਲਈ ਰੂਲ ਕਿਉਂ ਨਹੀਂ? ਤੁਸੀਂ ਕਹਿ ਸਕਦੇ ਯਾਰ 2 ਜਣਾ ਤੈਨੂੰ ਤਾਂ ਪੰਜਾਬ ਪੁਲਿਸ 'ਚ ਹੀ ਭਰਤੀ ਹੋਣਾ ਚਾਹੁੰਦੀ ਹੈ, ਕੋਈ ASI ਕੋਈ ਹੌਲਦਾਰ ਜਾਂ ਬਾਕੀ ਉਹ ਲਾਉਣਾ ਸੀ। ਉਹੋ ਜਿਹੇ ਬੱਚਿਆਂ ਨੂੰ ਤਾਂ ਜਿੱਥੇ ਵੀ ਤੁਸੀਂ ਲਾਉਂਦੇ ਹੋ, ਪਰ ਤੁਹਾਡੇ ਕੋਲ ਕੋਈ, ਕਿਉਂਕਿ ਉਹਦਾ ਕੋਈ ਅਪਰੋਚ ਨਹੀਂ। ਉਹ ਤਾਂ ਮੀਡੀਆ ਨੇ ਚੱਕਰੀ ਗੱਲ, ਉਹ ਤਾਂ ਝੋਨਾ ਲਾਉਂਦੀ ਹੋਈ, ਨਹੀਂ ਤਾਂ ਉਹਦੇ ਤਾਂ ਕਿਸੇ ਨੇ ਅਰਜੀ ਨਹੀਂ ਫੜਨੀ ਸੀ ਕਿਸੇ ਨੇ ਅੱਜ ਤੱਕ ਉਸ ਪੱਧਰ ਦੇ। ਇਸ ਲਈ ਜਿਹੜਾ ਆਮ ਆਦਮੀ ਦੇ ਨਾਂ 'ਤੇ, ਸਧਾਰਨ ਲੋਕਾਂ ਦੇ ਨਾਂ 'ਤੇ, ਗਰੀਬਾਂ ਦੇ ਨਾਂ 'ਤੇ ਚੱਲਦੀਆਂ ਸਰਕਾਰਾਂ ਨੇ, ਉਹਦੀ ਅਪਰੋਚ ਅਮੀਰਾਂ ਨੂੰ ਤੇ ਕੁਝ ਖਾਸ ਅਲੀਟ ਵਰਗ ਨੂੰ ਦਾ ਦੇਖਭਾਲ ਕਰਨ ਤੱਕ ਸੀਮਤ ਹੋ ਗਈ ਹੈ। ਆਮ ਲੋਕ ਨਜ਼ਰਅੰਦਾਜ਼ ਹੋ ਗਏ ਨੇ ਸਾਰੇ ਮਾਮਲੇ ਦੇ ਵਿੱਚੋਂ। ਇਹ ਫੈਸਲਾ ਮੈਨੂੰ ਲੱਗਦਾ ਹੈ ਕਿਉਂਕਿ ਕਾਂਗਰਸ ਦੇ ਅੰਦਰ ਵੀ ਫੁੱਟ ਪਈ ਵੀ ਹੈ, ਟੋਟਲ ਵੱਡੇ ਪੱਧਰ ਤੇ ਜਿਹੜੇ MLA ਮੰਤਰੀ ਵੀ ਇਹਦਾ ਵਿਰੋਧੀ ਹੋ ਗਏ ਨੇ ਤੇ ਬਾਹਰੋਂ ਤਾਂ ਵਿਰੋਧੀ ਹੋਣਾ ਹੀ ਹੈ, ਤੇ ਬੇਰੁਜ਼ਗਾਰ ਵੀ। ਮੈਨੂੰ ਲੱਗਦਾ ਇਹ ਇੱਕ ਮਾਮਲਾ ਹੀ ਕਾਂਗਰਸ ਨੂੰ ਲੈ ਕੇ ਬਹਿ ਸਕਦਾ ਹੈ। ਉਹਦੀ ਇੱਕ ਪਰਸੈਪਸ਼ਨ ਗੇਮ ਹੁੰਦੀ ਹੈ, ਧਾਰਨਾ ਦੀ ਗੇਮ ਹੁੰਦੀ ਹੈ। ਜਦੋਂ ਲੋਕਾਂ 'ਚ ਸਾਰੇ ਯੂਥ 'ਚ ਚਲੀ ਗਈ ਹੈ ਕਿ ਇਹ ਤਾਂ ਜੀ ਫਰਾਡ ਕਰ ਰਹੇ ਨੇ, ਸਾਡੀ ਗੱਲ ਨਹੀਂ ਸੁਣਦੇ, ਤਾਂ ਮੇਰੇ ਖਿਆਲ ਹੈ ਪੋਲੀਟੀਕਲ ਕੀਮਤ ਵੀ ਜ਼ਿਆਦਾ ਦੇਣੀ ਪਏਗੀ ਕਾਂਗਰਸ ਨੂੰ ਇਹਦੀ। ਜੀ ਹਮੀਰ ਜੀ, ਪੰਜਾਬ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ ਸਾਰੀ ਸਿਆਸੀ ਧਿਰਾਂ ਨੇ ਜੋੜ ਤੋੜ ਸ਼ੁਰੂ ਕਰ ਦਿੱਤੀ ਹੈ। ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਵੱਲੋਂ ਵੱਡੇ ਚਿਹਰੇ, ਵੱਡੀ ਸ਼ਖਸੀਅਤਾਂ ਨੂੰ ਜਿਹੜਾ ਹੈਗਾ ਪਾਰਟੀ 'ਚ ਰੋਜ਼ ਜਿਹੜਾ ਹੈਗਾ ਸ਼ਾਮਲ ਕਰਵਾਇਆ ਜਾ ਰਿਹਾ। ਅੱਜ ਕੁੰਵਰ ਵਿਜੇ ਪ੍ਰਤਾਪ ਨੂੰ ਵੀ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਹੈਗਾ ਪਾਰਟੀ 'ਚ ਸ਼ਾਮਲ ਕਰਵਾਇਆ ਗਿਆ। ਤੁਹਾਨੂੰ ਨਹੀਂ ਲੱਗਦਾ ਵੀ ਕਿ ਆਮ ਆਦਮੀ ਪਾਰਟੀ ਜਿਹੜੀ ਇੱਕ ਆਮ ਲੋਕਾਂ ਦੀ ਪਾਰਟੀ ਬਣ ਕੇ ਉਭਰੀ ਸੀ, ਅੱਜ ਉਹ ਪਾਰਟੀ ਜਿਹੜੀ ਹੈਗੀ ਇੱਕ ਖਾਸ ਲੋਕਾਂ ਦੀ, ਖਾਸ ਵਰਗ ਦੀ ਪਾਰਟੀ ਬਣ ਕੇ ਰਹਿ ਗਈ ਹੈ? ਵੈਸੇ ਤਾਂ ਸਾਡੀ ਟੋਟਲ ਸਿਆਸਤ ਜਿਹੜੀ ਦੇਸ਼ ਦੀ ਹੈ, ਚਾਹੇ ਸੂਬਿਆਂ ਦੀ ਹੈ, ਉਹਦੇ 'ਚ ਹੀ ਕੋਈ ਵਿਚਾਰ ਵਿਚੂਰ ਧਾਰਾ, ਕੋਈ ਅਖਲਾਕ, ਕੋਈ ਮੋਰੈਲਿਟੀ ਇਹ ਬਚੀ ਨਹੀਂ ਹੈ। ਜਿਹੜਾ ਬੰਦਾ ਤਾਂ ਮੰਨ ਲਓ ਕਾਂਗਰਸ ਦੇ ਵਿੱਚ ਹੈ, ਕਰਪਟ ਹੈ ਬਹੁਤ, ਉਹ BJP 'ਚ ਚਲਾ ਜਾਏ ਉਹ ਦੁੱਧ ਧੋਤਾ ਹੋ ਜਾਂਦਾ। ਜਿਹੜਾ BJP 'ਚ ਕਰਪਟ ਹੈ ਉਹ ਕਾਂਗਰਸ 'ਚ ਆ ਜਾਏ ਤਾਂ ਕਾਂਗਰਸੀਆਂ ਲਈ ਦੁੱਧ ਧੋਤਾ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਅਕਾਲੀ ਦਲ 'ਚ ਕਰਪਟ ਹੈ, ਜੇ ਉਹ ਕਾਂਗਰਸ 'ਚ ਆ ਜਾਏ ਤਾਂ ਉਹ ਠੀਕ ਠਾਕ ਹੋ ਜਾਂਦਾ। ਜਿਹੜਾ ਕਾਂਗਰਸੀ ਵੀ ਅਕਾਲੀ ਰਲਾਉਂਦੇ ਨੇ ਆਪਣੇ 'ਚ, ਇਹਨਾਂ ਦਿਨਾਂ 'ਚ ਸੁਖਬੀਰ ਬਾਦਲ ਨੇ ਵੀ ਕਿੰਨੇ ਹੀ ਰਲਾਏ ਨੇ ਕਾਂਗਰਸ ਦੇ ਪੁਰਾਣੇ ਮੰਤਰੀ MLA, ਤਾਂ ਉਹਨਾਂ ਲਈ ਉਹ ਠੀਕ ਬਣ ਜਾਂਦਾ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਜਿਹੜਾ ਇਹ ਆਮ ਆਦਮੀ ਪਾਰਟੀ ਜਦੋਂ ਬਣੀ ਸੀ, ਜਦੋਂ ਖਾਸ ਤੌਰ 'ਤੇ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਨਿਕਲੀ ਇੱਕ ਪਾਰਟੀ ਸੀ, ਹਾਲਾਂਕਿ ਇੱਕੋ ਨਿਕਾਤੀ ਪ੍ਰੋਗਰਾਮ ਸੀ ਐਂਟੀ ਕਰਪਸ਼ਨ ਜਿਹੜਾ ਚੱਲਿਆ ਸੀ, ਕਿਉਂਕਿ ਐਂਟੀ ਕਰਪਸ਼ਨ ਨਾਲ ਇਕੱਲੇ ਨਾਲ ਸਟੇਟ ਨਹੀਂ ਚੱਲਦੀ ਹੁੰਦੀ, ਉਹਦੀਆਂ ਪਾਲਿਸੀਆਂ 'ਤੇ ਨਿਰਭਰ ਹੁੰਦਾ ਜੀ। ਆਮ ਆਦਮੀ ਪਾਰਟੀ ਤਾਂ ਇਹ ਸਲੋਗਨ ਦੇ ਕੇ ਆਈ ਕਿ ਵਿਚਾਰਧਾਰਾਵਾਂ ਦਾ ਦੌਰ ਖਤਮ ਹੋ ਚੁੱਕਿਆ, ਹੁਣ ਵਿਚਾਰਧਾਰਾ ਦੀ ਲੋੜ ਨਹੀਂ ਹੈ, ਚੰਗੇ ਬੰਦਿਆਂ ਦੀ ਲੋੜ ਹੈ, ਕੇਵਲ ਚੰਗੇ ਬੰਦੇ ਹੈ ਨਾ। ਤੇ ਉਹ ਚੰਗੇ ਬੰਦਿਆਂ ਦੇ ਵਿੱਚ ਲੋਕਾਂ ਨੇ ਇੱਕ ਪੰਜਾਬ ਦਿਆਂ ਨੇ ਬੜਾ ਜ਼ਿਆਦਾ ਵੱਧ ਚੜ੍ਹ ਕੇ ਵੋਟ ਪਾਈ। ਸ਼ਾਇਦ ਉਦੋਂ ਨਾ ਅਰਵਿੰਦ ਕੇਜਰੀਵਾਲ ਨਾ ਆਮ ਆਦਮੀ ਨੂੰ ਪਤਾ ਸੀ। ਦਿੱਲੀ ਦੀਆਂ 7 ਦੀਆਂ 7 ਸੀਟਾਂ ਹਾਰੇ ਜਿੱਥੇ ਉਹ ਅਸੈਂਬਲੀ ਜਿੱਤੇ ਸੀ, ਪਰ ਪੰਜਾਬ 'ਚ 4 ਸੀਟਾਂ ਪਾਰਲੀਮੈਂਟ ਦੀਆਂ ਜਿੱਤੇ। 423 ਦੇ ਕਰੀਬ MP ਖੜੇ ਕੀਤੇ ਸੀ ਉਹਨਾਂ ਨੇ ਉਮੀਦਵਾਰ, ਕੇਜਰੀਵਾਲ ਸਮੇਤ। ਕੇਵਲ 18 ਦੀ ਜ਼ਮਾਨਤ ਬਚੀ ਸੀ, ਜਿਹਦੇ 'ਚੋਂ ਮੈਜੋਰਟੀ ਪੰਜਾਬ ਵਾਲੇ ਸੀਗੇ ਤੇ ਕੁਝ ਦਿੱਲੀ 'ਚ ਤੇ ਇੱਕ ਬੰਦਾ ਕਿਤੋਂ ਹੋਰ ਬਾਹਰੋਂ ਸੀ। ਤੇ ਉਦੋਂ ਬਾਅਦ ਜਦੋਂ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡੇ ਵਾਂਗ ਨਹੀਂ ਚੁਣਿਆ ਕਰਾਂਗੇ, ਇੱਕ ਕਿਤਾਬ ਲਿਖੀ ਸੀ ਕੇਜਰੀਵਾਲ ਨੇ, ਉਹਦਾ ਨਾਂ ਸਵਰਾਜ ਹੈ, ਜਿਹਦੇ 'ਚ ਇਹ ਲਿਖਿਆ ਗਿਆ ਸੀ ਕਿ ਗ੍ਰਾਮ ਸਭਾਵਾਂ ਤੱਕ ਸਰਗਰਮ ਕੀਤੀਆਂ ਜਾਣਗੀਆਂ ਪਿੰਡਾਂ ਤੋਂ, ਹੇਠਾਂ ਪਾਰਟੀਆਂ ਤੋਂ, ਜਿਵੇਂ ਬਾਹਰ ਦੀਆਂ ਦੇਸ਼ਾਂ ਦੇ ਵਿੱਚ ਪਾਰਟੀਆਂ ਦੀਆਂ ਪ੍ਰਾਇਮਰੀਜ਼ ਹੁੰਦੀਆਂ ਨੇ ਕਿ ਪਹਿਲਾਂ ਵਰਕਰਾਂ ਦੀ ਮੀਟਿੰਗ ਹੁੰਦੀ ਆ, ਉਹ ਵਰਕਰ ਡਿਸਾਈਡ ਕਰਦੇ ਨੇ ਕਿ ਕੌਣ ਸਾਡਾ ਕੈਂਡੀਡੇਟ ਹੋਏਗਾ, ਪਾਰਟੀ ਦੇ ਅੰਦਰੋਂ ਕੈਂਡੀਡੇਟ ਚੁਣਿਆ ਜਾਂਦਾ, ਫਿਰ ਉਹ ਉਮੀਦਵਾਰ ਉਦੋਂ ਬਾਅਦ ਜਾ ਕੇ ਸਾਡਾ ਬਣੂਗਾ। ਅਸੀਂ ਸਫਾਈ ਵਾਲੇ ਬੰਦੇ ਨੂੰ ਜਿਹੜਾ ਝਾੜੂ ਮਾਰਦਾ, ਝਾੜੂ ਵੀ ਉਹਨਾਂ ਨੇ ਨਿਸ਼ਾਨ ਇਸ ਐਂਗਲ ਤੋਂ ਲਿਆ ਸੀ, ਤੇ ਅਸੀਂ ਕਰਿੰਦੇ ਨੂੰ ਜਿਹੜਾ ਦਿਹਾੜੀਦਾਰ ਮਜ਼ਦੂਰ ਆ ਉਹਨੂੰ, ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਲੀਆਂ ਬੀਬੀਆਂ ਨੂੰ, ਅਸੀਂ ਸਭ ਨੂੰ ਇਹੋ ਜਿਹਿਆਂ ਨੂੰ ਟਿਕਟ ਦੇਵਾਂਗੇ। ਇਹ ਆਮ ਆਦਮੀ ਪਾਰਟੀ ਜਿਹੜੀ ਹੋਏਗੀ, ਉਹਨਾਂ 'ਚੋਂ ਜਿਹੜੇ ਸਾਡੇ ਵਲੰਟੀਅਰ ਨੇ, ਵਲੰਟੀਅਰਾਂ 'ਚੋਂ ਟਿਕਟ ਦੇਵਾਂਗੇ। ਤੇ ਇਦੋਂ ਜੇ ਪਹਿਲਾਂ ਵਾਲੀ ਵੀ ਦੇਖ ਲਓ, ਜਦੋਂ ਟਿਕਟਾਂ ਦਿੱਤੀਆਂ ਸੀ 2017 'ਚ, ਤੇ ਹੁਣ ਤਾਂ ਖੈਰ ਓਨੀਆਂ ਵੀ ਨਹੀਂ ਮਿਲੀਆਂ। 2017 'ਚ ਵੀ ਥੋੜ੍ਹੇ ਬਹੁਤ ਲੋਕਾਂ ਨੂੰ ਮਿਲ ਗਈਆਂ ਸੀ ਜਿਹੜੇ ਬੰਦੇ ਪਾਰਟੀ ਦੇ ਵਿੱਚੋਂ ਆਏ ਸੀ, ਤੇ ਬਾਕੀ ਸਾਰੇ ਇੱਧਰੋਂ ਉੱਧਰੋਂ ਆ ਕੇ ਤੁਸੀਂ ਗਲਾਟਿਕ ਭਰਤਾ। ਉਹਦੇ ਨਾਲ ਆਮ ਵਲੰਟੀਅਰ ਜਿਹੜਾ ਸੀ, ਜਿਹੜੀ ਜਦੋਂ ਆਮ ਆਦਮੀ ਪਾਰਟੀ ਨੂੰ ਇੱਕ ਤਬਦੀਲੀ ਵਾਲੀ ਪਾਰਟੀ ਵਜੋਂ ਗਿਣਦੇ ਸੀ ਸ਼ੁਰੂ 'ਚ, ਤਾਂ ਉਹ 2017 'ਚ ਇਹ ਪਤਾ ਲੱਗ ਗਿਆ ਇਹ ਤਬਦੀਲੀ ਵਾਲੀ ਪਾਰਟੀ ਨਹੀਂ, ਇੱਕ ਉਹੀ ਜਿਹੀ ਹੋਰ ਪਾਰਟੀ ਆ ਜਿਹੋ ਜਿਹੇ ਬਾਕੀ ਨੇ। ਇਸੇ ਕਰਕੇ ਦੇ ਜਿਹੜੇ 20 ਕੈਂਡੀਡੇਟ ਇਹਨਾਂ ਦੇ ਜਿੱਤੇ ਵੀ, ਉਹ 20 ਦੇ 20 ਇੰਨੇ ਅੱਡੋ ਫਾਟੀ ਹੋ ਗਏ। ਕਿਸੇ ਨੇ ਅਲੱਗ ਪਾਰਟੀ ਬਣਾ ਲਈ, ਕੋਈ ਕਾਂਗਰਸ 'ਚ ਚਲਾ ਗਿਆ, ਕੋਈ ਕਿਤੇ ਚਲਾ ਗਿਆ, ਕਿਉਂਕਿ ਉਹ ਅਹੁਦਿਆਂ ਦੀ ਇੰਨੀ ਜ਼ਿਆਦਾ ਭੁੱਖ ਹੋ ਗਈ, ਇੰਨੀ ਲੜਾਈ ਹੋ ਗਈ ਕਿ ਜੇ ਤੁਸੀਂ ਅਹੁਦਾ ਉਹਨੂੰ ਨਹੀਂ ਦਿੰਦੇ ਤਾਂ ਤੁਸੀਂ ਉਹ ਚਲੇ ਜਾਣਗੇ। ਉਹਨੇ ਵਿਰੋਧੀ ਧਿਰ 'ਚ ਹੀ ਦਿਖਾਤਾ ਕਿ ਤੁਸੀਂ ਤਾਂ ਬਹੁਤ ਛੋਟੀ ਜਿਹੜੀ ਸੱਤਾ ਹੈ
ਉਹਦੇ ਲਈ ਵੀ ਇੰਨਾ ਖੋਹ ਖਿੰਝ ਕਰ ਰਹੇ ਹੋ ਕਿ ਲੀਡਰ ਆਫ ਆਪੋਜੀਸ਼ਨ ਕੌਣ ਬਣੇ ਜੀ ਜਾਂ ਬਾਕੀ ਦਾ ਉਹਦਾ ਕਿਹਨੂੰ ਕਿਵੇਂ ਮਿਲੇ, ਕਿਹਨੂੰ ਪ੍ਰਧਾਨਗੀ ਕਿਹਨੂੰ ਮਿਲੇ ਕਿਹਨੂੰ ਨਾ ਮਿਲੇ, ਉਹਦੇ ਲਈ ਲੜ ਰਹੇ ਹੋ। ਤੇ ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਬਾਹਰੋਂ ਹੋਰ ਬੰਦੇ ਲਿਆਵਾਂਗੇ ਜਿੰਨੇ ਮਰਜ਼ੀ ਆ ਜਾਣ। ਜੀ ਤਾਂ ਜਿਹੜੇ ਤੁਹਾਡੇ ਲਈ ਕੰਮ ਕਰਦੇ ਨੇ 6-7 ਸਾਲਾਂ ਤੋਂ, ਉਹਨਾਂ ਨੇ ਕੀ ਕਸੂਰ ਕੀਤਾ ਕਿ ਉਹਨਾਂ ਚੋਂ ਕਿਉਂ ਨਹੀਂ ਬਣਦਾ ਫਿਰ ਬੰਦਾ? ਬਿਲਕੁਲ। ਆਮ ਆਦਮੀ ਦੀ ਪਾਰਟੀ ਕਿੱਧਰ ਗਈ? ਉਹ ਖਾਸ ਆਦਮੀ ਦੀ ਪਾਰਟੀ ਬਣ ਗਈ। ਜੀ ਤੇ ਜਿਹੜਾ ਮਰਜ਼ੀ ਬੰਦਾ ਤੁਹਾਡੇ ਚਾਹੇ ਅਕਾਲੀਆਂ ਦਾ MLA ਰਿਹਾ, ਉਹਦਾ ਬਾਪ ਵੀ ਪਹਿਲਾਂ MLA ਰਿਹਾ ਸਾਰਾ, ਹੁਣੇ ਸੁਖਬੀਰ ਨੇ ਇੱਕ ਨੂੰ ਹੋਰ ਨੂੰ ਕਹਿਤਾ ਟਿਕਟ ਦੇਣ ਦੇ ਲਈ ਤੇ ਇਹਨਾਂ ਨੇ ਸ਼ਾਮਲ ਕਰ ਲਿਆ ਆਪਦੇ ਆਪ 'ਚ। ਜੀ ਕੁੰਵਰ ਵਿਜੇ ਪ੍ਰਤਾਪ ਵੀ ਇੱਕ ਅਫਸਰ ਹੈ, ਠੀਕ ਹੈ ਜੀ, ਤੁਸੀਂ ਸ਼ਾਮਲ ਕਰ ਲਿਆ। ਅੱਜ ਇਸ ਲੈਵਲ ਤੇ ਜਿੰਨੇ ਵੀ ਬੰਦੇ ਤੁਸੀਂ ਸ਼ਾਮਲ ਕੀਤੇ, ਹੋਰ ਕਈ ਤਾਂ ਛੱਡ ਕੇ ਵੀ ਚਲੇ ਗਏ, ਉਹਨਾਂ ਸਭ ਦਾ ਵਿਰੋਧ ਪੈ ਗਿਆ ਤੁਹਾਡੇ ਨਾਲ। ਜਿਹੜੇ ਬੰਦੇ ਪਹਿਲਾਂ ਤੋਂ 4 MP ਸੀ, ਜੀ ਡਾਕਟਰ ਗਾਂਧੀ ਆਪ ਤੋਂ ਅਲੱਗ ਹੀ ਰਹੇ, ਮਤਲਬ ਬਾਗੀ ਹੋ ਕੇ ਰਹੇ। ਹਰਿੰਦਰ ਖਾਲਸਾ BJP 'ਚ ਚਲਾ ਗਿਆ, ਜਿਹੜਾ MP ਤੁਸੀਂ ਉਸ ਲੈਵਲ ਤੇ ਚੁਣਿਆ ਹੋਇਆ ਸੀ। ਸੁਖਪਾਲ ਖਹਿਰੇ ਹੋਣੀ 3 ਜਾ ਕੇ ਹੁਣ ਕਾਂਗਰਸ 'ਚ ਚਲੇ ਗਏ, ਮਤਲਬ ਪਹਿਲਾਂ ਆਪਦੀ ਪਾਰਟੀ ਬਣਾਈ, ਫਿਰ 3 ਉਸ ਲੈਵਲ ਤੇ ਬਣੇ। ਮੈਂ ਇਹ ਨਹੀਂ ਕਹਿੰਦਾ ਇਕੱਲਾ ਆਮ ਆਦਮੀ ਦਾ ਕਸੂਰ ਆ, ਉਹਨਾਂ ਦਾ ਵੀ ਆ। ਉਹ ਵੀ ਸੱਤਾ ਤੋਂ ਬਿਨਾਂ ਰਹਿਣਾ ਪਸੰਦ ਨਹੀਂ ਕਰਦੇ, ਇਸ ਲਈ ਜਿੱਧਰ ਮਰਜ਼ੀ ਚਲੇ ਜਾਂਦੇ ਨੇ ਜਾ ਕੇ, ਤੇ ਇੱਧਰੋਂ ਵੀ ਉੱਧਰੋਂ ਵੀ, ਉਹਨਾਂ ਦਾ ਵੀ ਕੋਈ ਅਸੂਲ ਨਹੀਂ। ਇਹ ਬੇਅਸੂਲੀ ਸਿਆਸਤ ਹੈ। ਬੇਅਸੂਲੀ ਸਿਆਸਤ ਦੇ ਵਿੱਚ ਤੁਸੀਂ ਅਸੂਲ ਪ੍ਰਸਤ ਹੋਣ ਦਾ ਦਾਅਵਾ ਨਹੀਂ ਕਰ ਸਕਦੇ। ਜਾਂ ਤੁਸੀਂ ਕਹੋ ਕਿ ਅਸੀਂ ਉਹੀ ਜਿਹੀ ਸਿਆਸਤ ਕਰ ਰਹੇ ਹਾਂ ਜਿਹੜੇ ਬਾਕੀ ਨੇ ਜਿਵੇਂ ਕਰਦੇ ਨੇ। ਜੇ ਉਹੀ ਜਿਹੀ ਸਿਆਸਤ ਕਰ ਰਹੇ ਹੋ ਤਾਂ ਫਿਰ ਲੋਕਾਂ ਨੂੰ ਕੋਈ ਬਦਲ ਨਹੀਂ ਦਿਖਾਈ ਦੇਣਾ, ਜੇਕਰ ਉਸ ਲੈਵਲ ਦਾ ਹੋਣਾ। ਜੀ ਹਮੀਰ ਜੀ, ਅੱਜ ਅਰਵਿੰਦ ਕੇਜਰੀਵਾਲ ਨੇ ਇਹ ਵੀ ਐਲਾਨ ਤਾ ਵੀ ਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈਗਾ ਉਹ ਸਿੱਖ ਸਮਾਜ ਤੋਂ ਹੋਵੇਗਾ। ਪਰ ਜੇਕਰ ਹੁਣ ਤੱਕ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ 'ਤੇ ਝਾਤੀ ਮਾਰੀ ਜਾਵੇ ਤਾਂ ਹਾਲੇ ਤੱਕ ਕੋਈ ਇਹੋ ਜਿਹਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਜਿਹੜਾ ਮੁੱਖ ਮੰਤਰੀ ਦਾ ਬਣ ਸਕਦਾ ਹੋਵੇ। ਨਾ ਹੀ ਉਹ ਕਿਸੇ ਕਨੀ ਇਸ਼ਾਰਾ ਕਰਕੇ ਗਏ ਨੇ। ਤੁਹਾਨੂੰ ਕੀ ਲੱਗਦਾ ਵੀ ਕਿ ਫਿਰ ਮੁੱਖ ਮੰਤਰੀ ਦਾ ਚਿਹਰਾ ਵੀ ਕਿਸੇ ਦੂਜੀ ਪਾਰਟੀ ਤੋਂ ਹੀ ਲੈ ਕੇ ਆਉਣਗੇ? ਦੇਖੋ, ਲੱਗਦਾ ਹੈ ਕਿ ਪਿਛਲੀ ਵਾਰ ਕਿ ਮੇਰਾ ਖਿਆਲ ਹੈ ਆਮ ਆਦਮੀ ਪਾਰਟੀ ਨੂੰ ਇਹ ਲੱਗ ਰਿਹਾ, ਸਾਰੇ ਸੋਚ ਰਹੇ ਸੀ ਕਿ ਜੇ ਅਸੀਂ ਕੋਈ ਚਿਹਰਾ ਨਹੀਂ ਦਿੱਤਾ ਸ਼ਾਇਦ ਇਸ ਕਰਕੇ ਹਾਰ ਗਏ। ਹਾਲਾਂਕਿ ਮੈਨੂੰ ਲੱਗਦਾ ਇਹ ਗਲਤਫਹਿਮੀ ਹੈ, ਕੇਵਲ ਇਸ ਕਰਕੇ ਨਹੀਂ ਹਾਰ। ਇਹ ਵੀ ਇੱਕ ਪੁਆਇੰਟ ਹੋ ਸਕਦਾ ਹੈ, ਕਿਉਂਕਿ ਪਿਛਲੇ ਵਾਰ ਇੱਕ ਚਰਚਾ ਇੱਥੇ ਚੱਲ ਪਈ ਸੀ ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ, ਇਸ ਕਰਕੇ ਜੀ ਇਹ ਹੈ ਕਿ ਪੰਜਾਬੀ ਬਾਹਰਲੇ ਬੰਦੇ ਨੂੰ ਪਸੰਦ ਨਹੀਂ ਕਰਨਗੇ, ਤੇ ਸ਼ਾਇਦ ਇਸੇ ਕੱਲੀ ਗੱਲ ਕਰਕੇ ਹਾਰ ਗਏ। ਕੱਲੀ ਗੱਲ ਨਹੀਂ, ਹੋਰ ਵੀ ਕਿੰਨੀਆਂ ਹੀ ਗੱਲਾਂ ਉਹਦੇ 'ਚ ਹੋ ਸਕਦੀਆਂ ਨੇ ਜਦੋਂ ਤੁਸੀਂ ਉਹਦੀ ਪੂਰੀ ਵਿਆਖਿਆ ਕਰੋਗੇ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਜਿਹੜਾ ਅੱਜ ਕਹਿ ਰਹੇ ਹੋ ਤੁਸੀਂ, ਜਿਹੜੇ ਉਹਨੇ ਸ਼ਬਦ ਬੋਲੇ ਨੇ, ਕੇਜਰੀਵਾਲ ਨੇ ਸ਼ਬਦ ਇਹ ਬੋਲੇ ਨੇ ਕਿ ਸਾਡੇ ਅੰਦਰ ਚਰਚਾ ਚੱਲ ਰਹੀ ਹੈ ਪੂਰੀ ਜ਼ੋਰਦਾਰ, ਤੇ ਅਸੀਂ ਚਿਹਰਾ ਦੇਵਾਂਗੇ ਜਲਦੀ, ਤੇ ਉਹ ਚਿਹਰਾ ਇਹੋ ਜਿਹਾ ਹੋਏਗਾ ਜਿਹਦੇ ਤੇ ਪੰਜਾਬ ਨੂੰ ਗਰਵ ਹੋਊਗਾ, ਪੰਜਾਬ ਨੂੰ ਮਾਣ ਹੋਏਗਾ, ਜਿਹਦੇ ਤੇ ਜਿਹੜੇ ਇਸ ਲੈਵਲ ਤੇ ਚੱਲਦੇ ਨੇ। ਕੀ ਕੇਜਰੀਵਾਲ ਕਹਿਣ ਦੀ ਕੋਸ਼ਿਸ਼ ਕਰ ਰਹੇ ਵੀ ਜਿਹੜੇ ਪਹਿਲਾਂ ਵਾਲੇ ਬੰਦੇ ਤੁਹਾਡੇ ਕੋਲ ਨੇ ਪੰਜਾਬ ਨੂੰ, ਉਹਨਾਂ ਚੋਂ ਕਿਸੇ ਤੇ ਮਾਣ ਹੈ? ਤੇ ਜੇ ਕਿਸੇ ਤੋਂ ਮਾਣ ਹੈ ਤਾਂ ਨਿਵੇਕਲੇ ਰੂਪ 'ਚ ਦਿਖਾਈ ਦੇਣਾ ਚਾਹੀਦਾ ਕਿ ਪੰਜਾਬ 'ਚ ਲੋਕ ਸਨਮਾਨ ਕਰ ਰਹੇ ਨੇ ਸਾਰੇ ਮਾਮਲੇ ਦੇ ਵਿੱਚ ਖੜ ਕੇ, ਤੇ ਉਸੇ ਲੈਵਲ ਤੇ। ਤੇ ਤੁਸੀਂ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਤੁਹਾਡੀ ਪਾਰਟੀ ਦੇ ਅੰਦਰ ਹੀ ਇੰਨੀ ਖਿੱਚ ਖੋਹ ਹੈ ਕਿ ਕੌਣ ਕਿਹਦੇ ਨਾਲ ਹੈ, ਕੌਣ ਕਿਹਦੇ ਨਾਲ ਹੈ, ਕਿਹੜੇ ਧੜੇ ਨਾਲ ਕੌਣ ਹੈ, ਕਿਹੜੇ ਧੜੇ ਨਾਲ ਨਹੀਂ ਹੈ। ਇਹਦਾ ਮਤਲਬ ਸੰਕੇਤ ਕੀ ਹੈ? ਸੰਕੇਤ ਇਹੀ ਹੈ ਫਿਰ ਤੁਸੀਂ ਕੋਈ ਇਹੋ ਜਿਹਾ ਬੰਦਾ ਤਾਂ ਬਾਹਰੋਂ ਲੱਭ ਰਹੇ ਹੋ। ਮੈਨੂੰ ਤਾਂ ਨਹੀਂ ਲੱਗਦਾ ਕਿ ਪੰਜਾਬ 'ਚ ਇਹੋ ਜਿਹਾ ਬੰਦਾ ਕਿਹਨੂੰ ਲਿਆਉਣਗੇ। ਪੰਜਾਬ 'ਚੋਂ ਕਿੱਥੇ ਛੁਪਿਆ ਬੈਠਾ ਹੈ ਵੀ ਜਿਹਦੇ ਤੇ ਪੰਜਾਬ ਨੂੰ ਐਡਾ ਵੱਡਾ ਮਾਣ ਹੈ ਤੇ ਐਡਾ ਵੱਡਾ ਗਰਵ ਹੈ, ਤੇ ਉਹ ਅਜੇ ਤੱਕ ਪੋਲੀਟਿਕਸ 'ਚ ਨਹੀਂ ਆਇਆ ਤੇ ਅਜੇ ਤੱਕ ਲੋਕਾਂ ਲਈ ਕੰਮ ਨਹੀਂ ਕਰ ਰਿਹਾ। ਤੇ ਉਹ ਕਿਹੜਾ ਬੰਦਾ ਹੈ ਪੰਜਾਬ 'ਚ ਇਹੋ ਜਿਹਾ ਜਿਹੜਾ ਉਹ ਪਾਲਣਗੇ? ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਨੂੰ ਐਡੇ ਕੱਦ ਦਾ ਬੰਦਾ ਤਾਂ ਜੇ ਪੰਜਾਬ ਨੇ ਪੈਦਾ ਕਰਨਾ ਹੈ ਮੇਰੇ ਖਿਆਲ ਨਾਲ, ਜਿਹਦੇ ਤੇ ਉਹ ਜਿਹਾ ਮਾਣ ਕਰਨਗੇ। ਹਾਂ, ਉਹੀ ਕਹਿ ਦਿਓ ਤੁਸੀਂ ਜਿਹੜੇ ਨੂੰ ਮਰਜ਼ੀ ਲਿਆ ਕੇ। ਔਰ ਸੰਭਾਵਨਾਵਾਂ ਕਿਆਸਰ ਆਈਆਂ ਇਹ ਵੀ ਨੇ ਕਿ ਨਵਜੋਤ ਸਿੱਧੂ ਦੀ ਜਿਹੜੀ ਅੱਜ ਦੀ ਇੰਟਰਵਿਊਆਂ ਨੇ ਜਾਂ ਜਿੰਨੀਆਂ ਵੀ ਆਈਆਂ ਨੇ ਜਿਸ ਲੈਵਲ ਦੇ, ਪ੍ਰਗਟ, ਨਵਜੋਤ ਸਿੱਧੂ, ਇਹਨਾਂ ਨਾਲ ਗੱਲ ਹੋ ਕੇ ਇਹਨਾਂ ਨੂੰ ਲੈ ਜਾਓ ਜੀ। ਤੇ ਜੇ ਚ ਇਹੋ ਜਿਹਾ ਕਰਦੇ ਹੋ, ਹੋਰ ਕੋਈ ਆ ਕੋਈ ਬੈਠਾ ਹੋਇਆ ਕੋਈ ਬਿਊਰੋਕਰੇਟ ਨਾਲ ਲੱਭ ਲਓ ਕਿਤੇ। ਕਿਉਂਕਿ ਕੇਜਰੀਵਾਲ ਕੀ ਕਰ ਰਿਹਾ, ਜੇ ਤੁਸੀਂ ਨਜ਼ਰੀਆ ਦੇਖਦੇ ਹੋ, ਜਿੰਨੇ ਬੰਦੇ ਹੋਰ ਸ਼ਾਮਲ ਕਰਾਏ ਜਾਂਦੇ ਨੇ ਉਹ ਇਹ ਆਪੀ ਕਰਾ ਲੈਂਦੇ ਨੇ ਬੈਠ ਕੇ। ਤੇ ਇੱਕ ਕੁੰਵਰ ਵਿਜੇ ਪ੍ਰਤਾਪ ਆਇਆ, ਉਹਦੇ ਲਈ ਕੇਜਰੀਵਾਲ ਦਿੱਲੀ ਤੋਂ ਆਇਆ। ਕੱਲ੍ਹ ਨੂੰ ਹੋਰ ਜਿਹੜੇ ਜਿੱਡੇ ਕੱਦ ਦਾ ਬੰਦਾ ਆਏਗਾ, ਇਹ ਕਹਿੰਦੇ ਨੇ ਕਿਸੇ ਅਫਸਰੀ ਤੋਂ, ਕਿਸੇ ਬਾਹਰ ਤੋਂ, ਉਹਦੇ ਲਈ ਮੈਂ ਜਾਊਂਗਾ। ਇਹਦਾ ਮਤਲਬ ਆਮ ਆਦਮੀ ਤੇ ਖਾਸ ਆਦਮੀ ਦੀ ਲੜਾਈ ਤਾਂ ਉਦੋਂ ਹੀ ਹੋਗੀ ਕਿ ਤੁਸੀਂ ਸਾਰਿਆਂ ਨੂੰ ਰਲਾਉਣ ਲਈ ਆਪ ਨਹੀਂ ਕਰ ਰਹੇ ਤੇ ਤੁਸੀਂ ਉਹਦੇ 'ਚ ਆਪ ਆ ਰਹੇ ਹੋ। ਇਸੇ ਤਰ੍ਹਾਂ ਜਿਹੜਾ ਵੀ ਚਿਹਰਾ ਤੁਸੀਂ ਦਿਓਗੇ, ਮੈਨੂੰ ਨਹੀਂ ਲੱਗਦਾ ਕਿ ਉਹ ਚਿਹਰਾ ਸਰਬ ਪ੍ਰਬੰਧ ਚਿਹਰਾ ਉਸ ਰੂਪ 'ਚ ਹੋਏਗਾ। ਉਹਦਾ ਕਾਰਨ ਇਹ ਹੁੰਦਾ ਕਿ ਜੇ ਤਾਂ ਅੰਦਰਲੀ ਪਾਰਟੀ ਦੀ ਜਮਹੂਰੀਅਤ ਖਤਮ ਹੋ ਗਈ, ਜਿਹੜੀ ਕਿ ਖਤਮ ਲਗਭਗ ਹੈ, ਹਾਈ ਕਮਾਂਡ ਕਲਚਰ ਸਾਰਿਆਂ 'ਚ ਚੱਲ ਰਿਹਾ,
ਫਿਰ ਤਾਂ ਅੰਦਰੋਂ ਆਵਾਜ਼ ਨਹੀਂ ਉੱਠੇਗੀ ਉਸ ਪੱਧਰ ਦੀ। ਜੇਕਰ ਕੋਈ ਬਾਹਰੋਂ ਲਿਆ ਕੇ ਤੁਸੀਂ ਚੀਫ ਮਿਨਿਸਟਰ ਥੋਪ 'ਚ ਦਿੰਦੇ ਹੋ ਸਾਡਾ ਚੀਫ ਮਿਨਿਸਟਰ ਇਹ ਹੈ, ਤਾਂ ਉਹ ਕਿਹੜੀ ਪਾਰਟੀ ਹੈ ਜਿਹੜੀ ਪਾਰਟੀ ਨੇ 7 ਸਾਲ ਤੋਂ ਕੰਮ ਕੀਤਾ ਤੇ ਤੁਹਾਡੇ ਕੋਲ ਲੀਡਰ ਐਮਰਜ ਨਹੀਂ ਕਰ ਪਾਏ, ਤੁਸੀਂ ਪੈਦਾ ਨਹੀਂ ਕਰ ਪਾਏ, ਤਾਂ ਉਹ ਗੱਲਾਂ ਸਮਝ 'ਚ ਨਹੀਂ ਆਉਂਦੀਆਂ। ਫਿਰ ਤਾਂ ਇੱਕੋ ਇੱਕ ਮੁਹਾਵਰਾ ਹੈ ਕਿ ਕਿਵੇਂ ਵੀ ਸੱਤਾ ਹਾਸਲ ਕਰੋ, ਉੱਪਰੋਂ ਹੇਠੋਂ ਜਿਵੇਂ ਵੀ ਮਰਜ਼ੀ। ਉਹਨਾਂ ਨੂੰ ਇਹ ਪਤਾ ਵੀ ਹੈ ਕਿ ਜਿਹੜੇ ਨੂੰ ਵੀ ਮਰਜ਼ੀ ਬਣਾ ਦਾਂਗੇ, ਕਿਉਂਕਿ ਸਾਡੇ ਦਲ ਬਦਲੀ ਵਿਰੋਧੀ ਕਾਨੂੰਨ ਐਡਾ ਸਟਰੋਂਗ ਹੈ, ਉਹ ਪਾਰਟੀ ਪ੍ਰਧਾਨਾਂ ਤੋਂ ਬਾਹਰ ਕਿਸੇ ਨੂੰ ਚੱਲਣ ਨਹੀਂ ਦੇਣਾ ਉਹਨੇ। ਜਿਹੜਾ ਵੀ ਬੰਦਾ ਚੱਲਣ ਦੀ ਕੋਸ਼ਿਸ਼ ਕਰੂਗਾ ਤੇ ਪਾਰਟੀ ਪ੍ਰਧਾਨ ਕੱਢ ਕੇ ਉਹਨੂੰ ਪਰਾਂ ਮਾਰ ਸਕਦਾ, ਤੇ ਉਹ ਜਿਹੜਾ ਆਊਗਾ ਤੇ ਉਹ ਦਾਬੇ ਹੇਠ ਹੀ ਰਹੂਗਾ ਉਸ ਪੱਧਰ ਦੇ ਉੱਤੇ। ਜਿਹੋ ਜਿਹਾ ਹਾਈਕਮਾਨ ਕਲਚਰ ਹੈ, ਕਾਂਗਰਸ ਦੇ ਵਿੱਚ ਵੀ ਹਾਈਕਮਾਨ ਕਲਚਰ ਹੈ, ਇਹਨਾਂ 'ਚ ਵੀ ਹੈ। ਅਕਾਲੀ ਦਲ ਰੀਜਨਲ ਪਾਰਟੀ ਆ, ਉਹਦੀ ਹਾਈਕਮਾਂਡ ਰੀਜਨਲ ਪੱਧਰ ਤੇ ਹੈ, ਤੇ ਗੱਲ ਉਸੇ ਪੱਧਰ ਤੇ ਹੋ ਰਹੀ ਹੈ। ਇਸ ਕਰਕੇ ਇਹ ਕਨਫਿਊਜ਼ਨ ਕਿ ਜ਼ਰੂਰ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੇ ਇਹ ਚੀਫ ਮਿਨਿਸਟਰ ਦਾ ਚਿਹਰਾ ਪਹਿਲਾਂ ਹੀ ਐਲਾਨ ਦੇਣਾ ਜਿਹੜੀਆਂ ਪਾਰਟੀਆਂ ਇਹ ਕਰਦੀਆਂ ਨੇ, ਰੀਅਲੀ ਸਾਡੇ ਇੱਕ ਇਹ ਠੀਕ ਹੈ ਡਿਵੈਲਪ ਹੋ ਗਿਆ ਜਦੋਂ ਤੋਂ ਅਸੀਂ ਵੋਟਾਂ ਪਾਉਣ ਲੱਗੇ ਹਾਂ 50-52 ਤੋਂ ਬਾਅਦ, ਪਰ ਇਹ ਅਨਡੈਮੋਕ੍ਰੈਟਿਕ ਹੈ, ਇਹ ਗੈਰ ਜਮਹੂਰੀ ਹੈ। ਕਾਨੂੰਨੀ ਤੌਰ 'ਤੇ ਸਾਡੇ ਇੱਕ ਪਾਰਟੀ ਦੇ ਜਿੱਤੇ ਹੋਏ MLA ਉਹ ਮੀਟਿੰਗ ਕਰਕੇ ਆਪਦਾ ਆਗੂ ਚੁਣਦੇ ਨੇ। ਤੁਸੀਂ ਪਹਿਲਾਂ ਹੀ ਇੱਕ ਬੰਦਾ ਚੁਣਤਾ ਜਿਹੜਾ ਚੀਫ ਮਿਨਿਸਟਰ ਹੈ, MLA ਦੀ ਤਾਕਤ ਤੇ ਉਹਦੀ ਵੋਟ ਖੋਹ ਲਈ ਆ ਪਹਿਲਾਂ ਹੀ। ਇਹ ਜਮਹੂਰੀਅਤ ਨਹੀਂ ਹੈ। ਤੇ ਜਿਹੜੀ ਇਹ ਸਵਾਲ ਵੀ ਲਗਾਤਾਰ ਪੈਦਾ ਹੁੰਦੇ ਨੇ, ਇਹਦਾ ਮਤਲਬ ਜਮਹੂਰੀਅਤ ਕਮਜ਼ੋਰ ਪਹਿਲੇ ਦਿਨ ਨਹੀਂ ਹੁੰਦੀ, ਉਹ ਪੜਾਅ ਪੜਾਅ ਤੁਸੀਂ ਕਰਦੇ ਜਾ ਰਹੇ ਹੋ। ਤੇ ਜਿਵੇਂ ਪਾਰਲੀਮੈਂਟ ਹੈ, ਤੁਸੀਂ ਕਹਿੰਦਾ ਮੋਦੀ ਸਾਡਾ ਪ੍ਰਧਾਨ ਮੰਤਰੀ ਹਮੇਸ਼ਾ ਹੈਗਾ ਜੀ, BJP ਕਹੂਗੇ ਦੂਜੀ ਵਾਰੀ ਤੀਜੀ ਵਾਰੀ ਵੀ, ਇਹਦਾ ਮਤਲਬ MP ਦੀ ਰਾਏ ਤਾਂ ਤੁਸੀਂ ਖੋਹ ਲਈ ਨਾ। ਬਿਲਕੁਲ, ਤੁਹਾਨੂੰ ਇੱਕ ਬੰਦਾ ਡਿਕਟੇਟਰ ਦੀ ਤਰ੍ਹਾਂ ਚੋਣ ਲੜਾ ਰਿਹਾ ਵੀ ਤੁਸੀਂ ਮੇਰੇ ਕਰਿੰਦੇ ਹੋ, ਮੇਰੇ ਜੂਨੀਅਰ ਹੋਵੋਗੇ, ਕਿਸੇ ਨੂੰ ਮੰਤਰੀ ਬਣਾ ਲਾਂਗਾ, ਕਿਸੇ ਨੂੰ ਨਹੀਂ ਬਣਾ ਲਾਂਗਾ। ਇਹ ਗੈਰ ਜਮਹੂਰੀ ਤਰੀਕੇ ਨੇ, ਇਹਨਾਂ 'ਤੇ ਵੀ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਆ ਬਾਕੀ ਗੱਲਾਂ ਦੇ ਨਾਲ ਨਾਲ। ਅਤੇ ਇਸੇ ਕਰਕੇ ਆਮ ਬੰਦੇ ਦਾ ਲੀਡਰ ਦਾ, ਜਦੋਂ ਆਮ ਬੰਦੇ ਦੀ ਵੋਟ ਦਾ ਕੀ ਵੈਲਿਊ ਹੈ, ਜਦੋਂ MLA ਦੀ ਵੋਟ ਕੱਟਤੀ ਤੇ MLA ਕਹਿੰਦਾ ਚਲੋ ਮੈਨੂੰ MLA ਬਣਾ ਦਿਓ, ਕੱਟ ਲਓ ਵੋਟ ਕੱਟਣੀ ਹੈ, ਉਹ ਰੌਲਾ ਨਹੀਂ ਪਾਉਂਦਾ ਕਿ ਆਪਾਂ ਬਾਅਦ ਦੇ ਵਿੱਚ ਬਣਾਵਾਂਗੇ। ਇਹ ਸਭ ਤੋਂ ਵੱਡੇ ਸਵਾਲ ਨੇ ਜਮਹੂਰੀਅਤ ਦੇ ਐਂਗਲ ਤੋਂ ਜਿਹੜੇ ਸੋਚਣੇ ਬਣਦੇ ਨੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।